ਮੇਰੀ ਪਤਨੀ ਸਿਰਫ 10ਵੀਂ ਪਾਸ ਸੀ, ਫਿਰ ਵੀ ਉਹ ਜਿਨ੍ਹਾਂ ਔਰਤਾਂ ਨੂੰ ਬੱਚੇ ਨਹੀਂ ਹੁੰਦੇ ਸਨ ਉਹਨਾਂ ਦਾ ਇਲਾਜ ਕਰਦੀ ਸੀ ਅਤੇ ਇਸ ਦੇ ਲਈ ਉਸ ਨੇ ਛੱਤ ਪਰ ਕਲੀਨਿਕ ਖੋਲ੍ਹਿਆ ਹੋਇਆ ਸੀ ਅਤੇ ਉਹ ਜਿਸ ਵੀ ਬਾਂਝ ਔਰਤ ਦਾ ਇਲਾਜ ਕਰਦੀ ਉਹ ਔਰਤ ਪ੍ਰੈਗਨੈਂਟ ਹੋ ਜਾਂਦੀ ਸੀ। ਮੈਂ ਨੀਚੇ ਕਾਊਂਟਰ ਪਰ ਕੰਮ ਕਰਦਾ ਸੀ। ਉਸਨੇ ਮੈਨੂੰ ਕੜਕ ਸ਼ਬਦਾਂ ਵਿੱਚ ਕਿਹਾ ਸੀ ਕਿ ਤੁਸੀਂ ਉੱਪਰ ਬਿਲਕੁਲ ਵੀ ਨਹੀਂ ਆਓਗੇ ਕਿਉਂਕਿ ਉੱਪਰ ਔਰਤਾਂ ਦਾ ਇਲਾਜ ਹੁੰਦਾ ਹੈ। ਅਤੇ ਉਸਦੀ ਇਹ ਗੱਲ ਮੈਂ ਮੰਨ ਵੀ ਲਈ ਕਿਉਂਕਿ ਇਸ ਨਾਲ ਸਾਨੂੰ ਬਹੁਤ ਪੈਸਾ ਮਿਲਦਾ ਸੀ। ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਕਿ ਛੱਤ ਪਰ ਸਿਰਫ ਉਹ ਔਰਤਾਂ ਹੀ ਜਾ ਸਕਦੀਆਂ ਸੀ ਜਿਨ੍ਹਾਂ ਨੇ ਬੁਰਕਾ ਪਹਿਨਿਆ ਹੋਇਆ ਹੁੰਦਾ ਸੀ। ਮੈਨੂੰ ਮੇਰੀ ਪਤਨੀ ਪਰ ਸ਼ੱਕ ਹੋਣ ਲੱਗਾ ਅਤੇ ਇੱਕ ਦਿਨ ਮੈਂ ਬੁਰਕਾ ਪਹਿਨ ਕੇ ਛੱਤ ਪਰ ਚਲਾ ਗਿਆ ਅਤੇ ਸਾਹਮਣੇ ਜੋ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ ਕਿਉਂਕਿ ਮੇਰਾ ਨਾਮ ਸੁਨੀਲ ਹੈ। ਸਾਡੀ ਆਰਥਿਕ ਪਰਿਸਥਿਤੀ ਚੰਗੀ ਨਹੀਂ ਸੀ, ਇਸ ਲਈ ਸਾਡਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਸੀ। ਮੈਂ ਪੜ੍ਹਿਆ ਲਿਖਿਆ ਸੀ ਪਰ ਮੇਰੇ ਕੋਲ ਨੌਕਰੀ ਨਹੀਂ ਸੀ ਅਤੇ ਮੇਰੀ ਪਤਨੀ ਸਿਰਫ 10ਵੀਂ ਪਾਸ। ਪਰ ਕਿਆ ਪਤਾ ਕਿਵੇਂ ਮੇਰੀ ਪਤਨੀ ਨੇ ਦਿਮਾਗ ਲਗਾਇਆ ਅਤੇ ਛੱਤ ਪਰ ਇੱਕ ਕਲੀਨਿਕ ਸ਼ੁਰੂ ਕੀਤਾ ਜਿੱਥੇ ਉਹ ਉਹਨਾਂ ਬਾਂਝ ਔਰਤਾਂ ਦਾ ਇਲਾਜ ਕਰਦੀ ਜਿਨ੍ਹਾਂ ਨੂੰ ਬੱਚੇ ਨਹੀਂ ਹੁੰਦੇ ਸੀ। ਸਾਲ ਭਰ ਤੱਕ ਤਾਂ ਕੋਈ ਜ਼ਿਆਦਾ ਨਹੀਂ ਆਉਂਦਾ ਸੀ। ਉਸ ਇੱਕ ਸਾਲ ਵਿੱਚ ਬਸ ਉਸਦੇ ਕੋਲ 2 ਹੀ ਔਰਤਾਂ ਆਈਆਂ ਸੀ। ਪਰ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਹ ਦੋਨੇ ਹੀ ਪ੍ਰੈਗਨੈਂਟ ਹੋ ਗਈਆਂ। ਹੌਲੀ ਹੌਲੀ ਕਲੀਨਿਕ ਪਰ ਭੀੜ ਵਧਣ ਲੱਗੀ। ਮੇਰੀ ਪਤਨੀ ਉੱਪਰ ਉਹਨਾਂ ਔਰਤਾਂ ਦਾ ਇਲਾਜ ਕਰਦੀ ਅਤੇ ਮੈਂ ਨੀਚੇ ਕਾਊਂਟਰ ਸੰਭਾਲਦਾ ਸੀ। ਇੱਕ ਦਿਨ ਇੱਕ ਪਤੀ ਪਤਨੀ ਸਵੇਰੇ ਸਵੇਰੇ ਕਲੀਨਿਕ ਪਹੁੰਚੇ। ਮੈਂ ਉਸ ਔਰਤ ਨੂੰ ਉੱਪਰ ਜਾਣ ਲਈ ਕਿਹਾ ਅਤੇ ਉਸਦੇ ਪਤੀ ਨੂੰ ਨੀਚੇ ਹੀ ਬੈਠਣ ਲਈ ਕਿਹਾ। ਅੱਧੇ ਘੰਟੇ ਤੋਂ ਉੱਪਰ ਹੋ ਗਿਆ ਸੀ ਉਸਦੀ ਪਤਨੀ ਨੂੰ ਉੱਪਰ ਗਿਆ ਹੋਏ, ਇਸ ਲਈ ਉਹ ਉੱਪਰ ਜਾਣ ਦੀ ਜਿੱਦ ਕਰਨ ਲੱਗਾ। ਮੈਂ ਉਸ ਨੂੰ ਕਿਹਾ ਕਿ ਉੱਪਰ ਹੋਰ ਵੀ ਔਰਤਾਂ ਹਨ, ਇਸ ਲਈ ਤੁਸੀਂ ਉੱਪਰ ਨਹੀਂ ਜਾ ਸਕਦੇ। ਮੇਰੀ ਪਤਨੀ ਮੈਨੂੰ ਵੀ ਉੱਪਰ ਨਹੀਂ ਜਾਣ ਦਿੰਦੀ। ਇਹ ਸੁਣ ਕੇ ਉਹ ਚੁੱਪ ਬੈਠ ਗਿਆ। ਥੋੜ੍ਹੀ ਦੇਰ ਬਾਅਦ 2 ਔਰਤਾਂ ਬੁਰਕਾ ਪਹਿਨੇ ਹੋਏ ਉੱਪਰ ਛੱਤ ਪਰ ਚਲੀ ਗਈ। ਕਰੀਬ 2 ਘੰਟੇ ਬਾਅਦ ਉਸ ਵਿਅਕਤੀ ਦੀ ਪਤਨੀ ਹੇਠਾਂ ਆਈ। ਮੈਂ ਧਿਆਨ ਨਾਲ ਦੇਖਿਆ ਤਾਂ ਉਸਦੇ ਹੱਥਾਂ ਵਿੱਚ ਕੋਈ ਦਵਾਈ ਨਹੀਂ ਸੀ, ਪਰ ਉਸਦੇ ਚਿਹਰੇ 'ਤੇ ਖੁਸ਼ੀ ਜ਼ਰੂਰ ਸੀ। ਦੋਵੇਂ ਪਤੀ ਪਤਨੀ ਉੱਥੋਂ ਚਲੇ ਗਏ। ਕੁਝ ਦੇਰ ਬਾਅਦ ਉਹ ਦੋਵੇਂ ਔਰਤਾਂ ਵੀ ਹੇਠਾਂ ਆ ਗਈਆਂ ਅਤੇ ਚਲੀਆਂ ਗਈਆਂ ਅਤੇ ਉਹਨਾਂ ਦੇ ਪਿੱਛੇ ਪਿੱਛੇ ਮੇਰੀ ਪਤਨੀ ਸੰਗੀਤਾ ਵੀ ਹੇਠਾਂ ਆ ਗਈ। ਉਸਨੇ ਆਪਣੇ ਚਿਹਰੇ ਤੋਂ ਮਾਸਕ ਹਟਾਇਆ ਅਤੇ ਹੱਥ ਦੇ ਦਸਤਾਨੇ ਵੀ ਕੂੜੇਦਾਨ ਵਿੱਚ ਪਾ ਦਿੱਤੇ। ਉਸ ਨੂੰ ਦੇਖਿਆ ਤਾਂ ਉਹ ਵੀ ਹਲਕੀ ਜਿਹੀ ਮੁਸਕਰਾਈ। ਜਦ ਮੈਂ ਪੁੱਛਿਆ ਕਿ ਸੰਗੀਤਾ ਤੂੰ ਸਿਰਫ 10ਵੀਂ ਪਾਸ ਹੈ, ਫਿਰ ਕਿਵੇਂ ਇਹਨਾਂ ਔਰਤਾਂ ਦਾ ਇਲਾਜ ਕਰਦੀ ਹੈ? ਇਸ 'ਤੇ ਉਸ ਨੇ ਕਿਹਾ ਕਿ ਮੇਰੇ ਲਈ ਬਸ ਇੰਨਾ ਹੀ ਕਾਫੀ ਹੈ ਕਿ ਮੈਂ ਇਹਨਾਂ ਔਰਤਾਂ ਦੇ ਘਰ ਨੂੰ ਟੁੱਟਣ ਤੋਂ ਬਚਾਇਆ ਹੈ। ਇਹ ਸੁਣ ਕੇ ਮੈਂ ਸ਼ਾਂਤ ਹੋ ਗਿਆ। ਪਤਾ ਨਹੀਂ ਉਹ ਮੇਰੇ ਤੋਂ ਕੀ ਲੁਕਾ ਰਹੀ ਸੀ। ਆਖਰਕਾਰ ਮੈਂ ਉਸਦਾ ਪਤੀ ਹਾਂ। ਘੱਟ ਤੋਂ ਘੱਟ ਉਸਨੂੰ ਮੈਨੂੰ ਤਾਂ ਦੱਸਣਾ ਹੀ ਚਾਹੀਦਾ ਸੀ। ਸ਼ੁਰੂ ਵਿੱਚ ਮੈਂ ਉਸਦੇ ਕੰਮ ਵਿੱਚ ਜ਼ਿਆਦਾ ਧਿਆਨ ਨਹੀਂ ਦਿੰਦਾ ਸੀ, ਪਰ ਹੌਲੀ ਹੌਲੀ ਉਸਦਾ ਨਾਮ ਸਭ ਜਗ੍ਹਾ ਹੋ ਗਿਆ। ਸ਼ੁਰੂ ਵਿੱਚ ਤਾਂ ਉਹ 1 ਜਾਂ 2 ਔਰਤਾਂ ਦਾ ਹੀ ਇਲਾਜ ਕਰਦੀ ਸੀ, ਪਰ ਹੁਣ ਉਹ ਦਿਨ ਵਿੱਚ ਲਗਭਗ 20 ਤੋਂ 25 ਔਰਤਾਂ ਦਾ ਇਲਾਜ ਕਰਦੀ ਹੈ। ਇਕੱਲੀ ਨੂੰ ਇਹ ਸਭ ਸੰਭਾਲਣਾ ਬਹੁਤ ਮੁਸ਼ਕਿਲ ਹੋ ਰਿਹਾ ਸੀ, ਇਸ ਲਈ ਹੇਠਾਂ ਕਾਊਂਟਰ ਸ਼ੁਰੂ ਕਰਕੇ ਮੈਂ ਉਹਨਾਂ ਦਾ ਬਲੱਡ ਸੈਂਪਲ ਲੈਂਦਾ ਸੀ। ਉਹਨਾਂ ਦੇ ਇਲਾਜ ਵਿੱਚ ਲਗਭਗ 3 ਤੋਂ 4 ਘੰਟੇ ਲੱਗਦੇ। ਮੈਂ ਹਰ ਵਾਰ ਉਸ ਤੋਂ ਪੁੱਛਦਾ, ਆਖਿਰ ਤੂੰ ਕਿਸ ਤਰ੍ਹਾਂ ਨਾਲ ਇਲਾਜ ਕਰਦੀ ਹੈ? ਅਤੇ ਉਹ ਹਰ ਵਾਰ ਹੱਸ ਕੇ ਟਾਲ ਦਿੰਦੀ। ਮੈਂ ਕਦੇ ਕਦੇ ਸੋਚਦਾ ਕਿ ਉਸ ਕਲੀਨਿਕ ਵਿੱਚ ਪੇਸ਼ੈਂਟ ਹੋਣ ਪਰ ਮੇਰਾ ਜਾਣਾ ਮਨ੍ਹਾ ਹੈ, ਪਰ ਪੇਸ਼ੈਂਟ ਨਾ ਹੋਣ ਪਰ ਵੀ ਮੇਰੇ ਲਈ ਸਖਤ ਮਨਾਹੀ ਸੀ। ਮੈਂ ਆਪਣੀ ਪਤਨੀ ਨਾਲ ਜ਼ਿਆਦਾ ਸਵਾਲ ਨਹੀਂ ਕਰ ਸਕਦਾ ਸੀ ਕਿਉਂਕਿ ਮੈਂ ਕਾਫੀ ਸਾਲਾਂ ਤੋਂ ਬੇਰੁਜ਼ਗਾਰ ਸੀ ਅਤੇ ਉਸਦੀ ਕਮਾਈ ਨਾਲ ਹੀ ਘਰ ਚੱਲਦਾ ਸੀ। ਪਹਿਲਾਂ ਤਾਂ 2 ਟਾਈਮ ਦੀ ਰੋਟੀ ਮਿਲਣਾ ਮੁਸ਼ਕਿਲ ਸੀ, ਉਸ ਉੱਪਰ 2 ਬੱਚਿਆਂ ਦੀ ਜ਼ਿੰਮੇਵਾਰੀ ਉਹ ਅਲੱਗ।
ਮੈਂ ਬੇਰੁਜ਼ਗਾਰ ਸੀ, ਇਸ ਲਈ ਉਹ ਮੈਨੂੰ ਵਾਰ-ਵਾਰ ਤਾਨੇ ਮਾਰਦੀ ਸੀ। ਕਈ ਵਾਰ ਉਹ ਮੇਰੇ ਨਾਲ ਲੜ ਕੇ ਪੇਕੇ ਚਲੀ ਜਾਂਦੀ ਸੀ। ਫਿਰ ਉਸਨੇ ਆਪ ਹੀ ਕੁਝ ਕਰਨ ਦੀ ਸੋਚੀ। ਇੱਕ ਦਿਨ ਉਹ ਮੇਰੇ ਕੋਲ ਆਈ ਅਤੇ ਮੈਨੂੰ ਕਹਿਣ ਲੱਗੀ ਕਿ ਸੁਨੀਲ, ਮੈਨੂੰ ਛੱਤ ਪਰ ਇੱਕ ਕਲੀਨਿਕ ਸ਼ੁਰੂ ਕਰਨਾ ਹੈ। ਮੈਂ ਕਿਹਾ, ਤੂੰ ਸਿਰਫ 10ਵੀਂ ਪਾਸ ਹੈ, ਤੂੰ ਕਲੀਨਿਕ ਕਿਵੇਂ ਸ਼ੁਰੂ ਕਰ ਸਕਦੀ ਹੈ? ਉਹ ਬੋਲੀ, ਤੁਸੀਂ ਚਿੰਤਾ ਨਾ ਕਰੋ, ਜਿਨ੍ਹਾਂ ਦੇ ਪਤੀ ਬੇਰੁਜ਼ਗਾਰ ਹੁੰਦੇ ਹਨ, ਉਹਨਾਂ ਦੀਆਂ ਪਤਨੀਆਂ ਕੋਈ ਨਾ ਕੋਈ ਰਾਹ ਲੱਭ ਹੀ ਲੈਂਦੀਆਂ ਹਨ। ਮੈਂ ਮੂੰਹ ਟੇਢਾ ਕਰਕੇ ਉੱਥੇ ਤੋਂ ਚਲਾ ਗਿਆ। ਆਖਿਰ ਵਿੱਚ ਉਸਨੇ ਛੱਤ ਪਰ 2 ਕਮਰੇ ਦਾ ਕਲੀਨਿਕ ਕਰ ਹੀ ਲਿਆ। ਉਸਨੇ ਕਿਹਾ ਕਿ ਮੈਂ ਜਿਨ੍ਹਾਂ ਔਰਤਾਂ ਦੇ ਬੱਚੇ ਨਹੀਂ ਹੁੰਦੇ, ਮੈਂ ਉਹਨਾਂ ਦਾ ਇਲਾਜ ਕਰੂੰਗੀ। ਸ਼ੁਰੂ ਵਿੱਚ ਮੈਂ ਉਸਦਾ ਬਹੁਤ ਮਜ਼ਾਕ ਉਡਾਇਆ, ਪਰ ਉਹ ਆਪਣੇ ਇਰਾਦੇ ਦੀ ਬਹੁਤ ਪੱਕੀ ਨਿਕਲੀ। ਮੈਂ ਪਹਿਲਾਂ ਹੀ ਸਭ ਜਾਣਨ ਵਿੱਚ ਲੱਗਾ ਰਹਿੰਦਾ, ਆਖਿਰ ਉਹ ਇਹ ਸਭ ਕਿਵੇਂ ਕਰਦੀ ਹੈ। ਪਰ ਬਾਅਦ ਵਿੱਚ ਇਹ ਸੋਚਦਾ ਕਿ ਜੇਕਰ ਉਹ ਇਹ ਸਭ ਕਰ ਵੀ ਰਹੀ ਹੈ ਤਾਂ ਕਿਸ ਦੇ ਲਈ? ਆਪਣੇ ਹੀ ਘਰ ਦੇ ਲਈ ਨਾ। ਮੇਰੇ ਮਾਤਾ-ਪਿਤਾ ਦੇ ਦੇਹਾਂਤ ਹੋਏ ਨੂੰ ਕਾਫੀ ਸਮਾਂ ਬੀਤ ਗਿਆ ਸੀ। ਮੇਰੀ ਛੋਟੀ ਭੈਣ ਪ੍ਰਿਆ ਦੇ ਵਿਆਹ ਨੂੰ 10 ਸਾਲ ਹੋ ਗਏ ਸੀ, ਪਰ ਹੁਣ ਤੱਕ ਉਸਦੇ ਕੋਲ ਕੋਈ ਬੱਚਾ ਨਹੀਂ ਸੀ, ਜਿਸ ਦੇ ਕਾਰਨ ਉਸਦਾ ਪਤੀ ਉਸ ਨੂੰ ਬਹੁਤ ਪਰੇਸ਼ਾਨ ਕਰਦਾ ਸੀ ਅਤੇ ਦੂਜਾ ਵਿਆਹ ਕਰਨ ਦੀ ਧਮਕੀ ਦਿੰਦਾ। ਮੈਂ ਆਪਣੀ ਭੈਣ ਦੇ ਬਾਰੇ ਵਿੱਚ ਸੰਗੀਤਾ ਨਾਲ ਵੀ ਗੱਲ ਕੀਤੀ, ਪਰ ਉਸ ਨੇ ਅਣਸੁਣੀ ਕਰ ਦਿੱਤੀ। ਖੈਰ, ਪਰ ਇਸ ਦੇ ਪਿੱਛੇ ਕਾਰਨ ਵੀ ਸੀ। ਵਿਆਹ ਤੋਂ ਪਹਿਲਾਂ ਪ੍ਰਿਆ ਨੇ ਆਪਣੀ ਭਾਬੀ ਦਾ ਬਹੁਤ ਅਪਮਾਨ ਕੀਤਾ, ਉਸ ਨੂੰ ਨੰਦ ਦੇ ਨਾਮ 'ਤੇ ਬਹੁਤ ਤੰਗ ਕੀਤਾ। ਮੈਂ ਵੀ ਕਈ ਵਾਰ ਆਪਣੀ ਭੈਣ ਦੀ ਗੱਲਾਂ ਵਿੱਚ ਆ ਜਾਂਦਾ ਸੀ ਅਤੇ ਸੰਗੀਤਾ 'ਤੇ ਹੱਥ ਚੁੱਕ ਦਿੰਦਾ, ਪਰ ਇਹ ਸੰਗੀਤਾ ਨੂੰ ਚੰਗੀ ਤਰ੍ਹਾਂ ਨਾਲ ਯਾਦ ਸੀ ਅਤੇ ਸ਼ਾਇਦ ਇਸ ਲਈ ਉਹ ਪ੍ਰਿਆ ਦਾ ਇਲਾਜ ਕਰਨ ਲਈ ਤਿਆਰ ਨਹੀਂ ਸੀ। ਸੰਗੀਤਾ ਦਾ ਕਲੀਨਿਕ ਬਹੁਤ ਚੰਗਾ ਚੱਲ ਰਿਹਾ ਸੀ। ਸਾਡੇ ਕੋਲ ਕਾਫੀ ਪੈਸਾ ਆ ਗਿਆ ਸੀ, ਪਰ ਕਦੇ-ਕਦੇ ਪੂਰੀ ਰਾਤ ਮੈਂ ਇਹ ਸੋਚਦਾ ਰਹਿੰਦਾ ਕਿ ਆਖਿਰ ਸੰਗੀਤਾ ਕਿਵੇਂ ਇਲਾਜ ਕਰਦੀ ਹੈ ਅਤੇ ਮੈਨੂੰ ਨੀਂਦ ਤੱਕ ਨਹੀਂ ਆਉਂਦੀ। ਇੱਕ ਦਿਨ ਇੱਕ ਬੁੱਢਾ ਆਦਮੀ ਆਇਆ। ਮੈਂ ਉਸਨੂੰ ਹੇਠਾਂ ਸੋਫੇ ਪਰ ਬੈਠਣ ਲਈ ਕਿਹਾ ਅਤੇ ਉਸਦੀ ਪਤਨੀ ਨੂੰ ਉੱਪਰ ਭੇਜ ਦਿੱਤਾ। ਕੁਝ ਦੇਰ ਬਾਅਦ ਉਹੀ 2 ਔਰਤਾਂ ਬੁਰਕਾ ਪਹਿਨੇ ਹੋਏ ਆਈ ਅਤੇ ਮੈਂ ਉਹਨਾਂ ਨੂੰ ਉੱਪਰ ਜਾਣ ਦਿੱਤਾ। ਪਤਾ ਨਹੀਂ ਇਹਨਾਂ 2 ਔਰਤਾਂ ਨੂੰ ਕਿਆ ਪਰੇਸ਼ਾਨੀ ਸੀ ਜੋ ਸੰਗੀਤਾ ਦੂਰ ਨਹੀਂ ਕਰ ਪਾ ਰਹੀ ਸੀ, ਕਿਉਂਕਿ ਉਹ ਦੋਨੋਂ ਰੋਜ਼ ਕਲੀਨਿਕ ਪਰ ਆਉਂਦੀਆਂ ਸੀ। 3 ਤੋਂ 4 ਘੰਟੇ ਬਾਅਦ ਉਹ ਔਰਤ ਹੇਠਾਂ ਆਈ ਅਤੇ ਉਸੀ ਦੇ ਪਿੱਛੇ ਉਹ 2 ਔਰਤਾਂ ਵੀ ਹੇਠਾਂ ਆ ਗਈਆਂ। ਉਹ ਔਰਤਾਂ ਜਲਦੀ ਨਾਲ ਉੱਥੋਂ ਨਿਕਲਣ ਦੀ ਤਿਆਰੀ ਵਿੱਚ ਸੀ, ਜਦੇ ਮੇਰੀ ਨਜ਼ਰ ਉਹਨਾਂ ਦੋਨਾਂ ਵਿੱਚੋਂ ਇੱਕ ਦੇ ਪੈਰਾਂ 'ਤੇ ਪਈ। ਮੈਨੂੰ ਥੋੜ੍ਹਾ ਸ਼ੱਕ ਹੋਇਆ, ਕਿਉਂਕਿ ਉਸਨੇ ਆਦਮੀ ਦੀ ਚੱਪਲ ਪਾਈ ਹੋਈ ਸੀ। ਤੁਸੀਂ ਦੋਵੇਂ ਕਈ ਦਿਨਾਂ ਤੋਂ ਇੱਥੇ ਆ ਰਹੇ ਹੋ, ਤੁਹਾਡੀ ਜੋ ਕੋਈ ਪਰੇਸ਼ਾਨੀ ਹੈ ਉਹ ਦੂਰ ਹੋਈ ਜਾਂ ਨਹੀਂ? ਜਦੇ ਉਹਨਾਂ ਵਿੱਚੋਂ ਇੱਕ ਔਰਤ ਬੋਲੀ, ਅਸੀਂ ਇੱਥੇ ਔਰਤਾਂ ਦਾ ਇਲਾਜ ਕਰਨ ਆਉਂਦੀਆਂ ਹਾਂ। ਹੁਣ ਮੇਰੀ ਸਮਝ ਆਇਆ ਕਿ ਉਹਨਾਂ ਔਰਤਾਂ ਦਾ ਇਲਾਜ ਇਹ ਦੋਨੋਂ ਕਰਦੀਆਂ ਹਨ ਅਤੇ ਨਾਮ ਸੰਗੀਤਾ ਦਾ ਹੁੰਦਾ ਹੈ। ਪਰ ਮੈਨੂੰ ਇਸ ਨਾਲ ਕੀ ਲੈਣਾ ਦੇਣਾ ਸੀ? ਉਹਨੇ ਵਿੱਚ ਮੇਰੀ ਭੈਣ ਪ੍ਰਿਆ ਦਾ ਫੋਨ ਆਉਂਦਾ ਹੈ ਅਤੇ ਰੋਂਦੇ-ਰੋਂਦੇ ਕਹਿੰਦੀ ਹੈ, ਵੀਰੇ ਕੁਝ ਵੀ ਕਰੋ, ਪਰ ਭਾਬੀ ਨੂੰ ਸਮਝਾਓ ਕਿ ਉਹ ਮੇਰਾ ਇਲਾਜ ਕਰੇ, ਨਹੀਂ ਤਾਂ ਮੇਰਾ ਪਤੀ ਮੈਨੂੰ ਤਲਾਕ ਦੇ ਦੇਵੇਗਾ। ਮੈਂ ਉਸ ਨੂੰ ਬਹੁਤ ਸਮਝਾਉਣ ਤੋਂ ਬਾਅਦ ਫੋਨ ਰੱਖ ਦਿੱਤਾ ਅਤੇ ਸਾਰੀ ਔਰਤਾਂ ਦੇ ਜਾਣੇ ਦੇ ਬਾਅਦ ਉੱਪਰ ਛੱਤ ਪਰ ਚਲਾ ਗਿਆ। ਮੈਂ ਜਿਵੇਂ ਹੀ ਕਲੀਨਿਕ ਦਾ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਗਿਆ, ਸੰਗੀਤਾ ਜ਼ੋਰ ਨਾਲ ਚੀਖੀ ਅਤੇ ਮੈਨੂੰ ਬਾਹਰ ਕੱਢ ਦਿੱਤਾ। ਮੈਨੂੰ ਥੋੜ੍ਹਾ ਅਜੀਬ ਲੱਗਿਆ ਅਤੇ ਗੁੱਸਾ ਵੀ ਆਇਆ। ਫਿਰ ਵੀ ਇਹਨਾਂ ਗੱਲਾਂ ਨੂੰ ਅਣਦੇਖਾ ਕਰਕੇ ਮੈਂ ਪ੍ਰਿਆ ਦੇ ਬਾਰੇ ਵਿੱਚ ਉਸ ਨਾਲ ਗੱਲ ਕੀਤੀ। ਫਿਰ ਉਹ ਬੋਲੀ, ਮੈਂ ਤੁਹਾਡੀ ਭੈਣ ਦਾ ਇਲਾਜ ਨਹੀਂ ਕਰ ਸਕਦੀ। ਉਸ ਨੂੰ ਕਹੋ ਕਿ ਉਹ ਕਿਸੇ ਚੰਗੇ ਹਸਪਤਾਲ ਵਿੱਚ ਆਪਣਾ ਇਲਾਜ ਕਰਾਵੇ। ਪਰ ਆਖਿਰ ਗੱਲ ਕੀ ਹੈ? ਕਿਉਂ ਤੂੰ ਅਜਿਹਾ ਕਹਿ ਰਹੀ ਹੈ? ਉਹ ਬਿਨਾਂ ਕੁਝ ਬੋਲੇ ਹੱਸ ਕੇ ਉੱਥੇ ਤੋਂ ਚਲੀ ਗਈ। ਇਸ ਮਾਮਲੇ ਨੂੰ ਲੈ ਕੇ ਕਈ ਦਿਨਾਂ ਤੱਕ ਸਾਡੇ ਦੋਨਾਂ ਵਿੱਚ ਗੱਲਬਾਤ ਬੰਦ ਸੀ, ਪਰ ਉਸ ਨੂੰ ਕੋਈ ਵੀ ਫਰਕ ਨਹੀਂ ਪਿਆ
ਆਖਿਰ ਉਹ ਪੈਸੇ ਜੋ ਕਮਾਉਣ ਲੱਗੀ ਸੀ ਉਸ ਦੀ ਨਜ਼ਰ ਵਿੱਚ ਮੇਰੀ ਕੋਈ ਕੀਮਤ ਨਹੀਂ ਸੀ। ਕੁਝ ਦਿਨਾਂ ਬਾਅਦ ਪ੍ਰਿਆ ਰੋਂਦੇ ਰੋਂਦੇ ਘਰ ਆਈ ਅਤੇ ਕਹਿਣ ਲੱਗੀ ਕਿ ਭਾਈ ਕੁਝ ਵੀ ਕਰੋ, ਭਾਬੀ ਨੂੰ ਕਹੋ ਨਾ ਮੇਰਾ ਇਲਾਜ ਕਰਨ ਲਈ। ਅੱਜ ਮੇਰੇ ਪਤੀ ਨੇ ਮੈਨੂੰ ਬਾਂਝ ਕਹਿ ਕੇ ਘਰ ਤੋਂ ਕੱਢ ਦਿੱਤਾ ਹੈ ਅਤੇ ਬਹੁਤ ਜਲਦੀ ਉਹ ਮੈਨੂੰ ਤਲਾਕ ਦੇਣ ਵਾਲਾ ਹੈ। ਇਹ ਸਭ ਸੰਗੀਤਾ ਸੁਣ ਰਹੀ ਸੀ, ਪਰ ਉਸ ਪਰ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ। ਮੈਂ ਸੰਗੀਤਾ ਦੇ ਸਾਹਮਣੇ ਹੱਥ ਜੋੜੇ ਅਤੇ ਕਿਹਾ, ਪ੍ਰਿਆ ਨੇ ਵਿਆਹ ਤੋਂ ਪਹਿਲਾਂ ਜੋ ਤੇਰੇ ਨਾਲ ਸਲੂਕ ਕੀਤਾ ਉਸ ਦੇ ਲਈ ਮੈਂ ਤੇਰੇ ਤੋਂ ਮਾਫ਼ੀ ਮੰਗਦਾ ਹਾਂ, ਪਰ ਉਸ ਦਾ ਇਲਾਜ ਕਰ ਦੇ, ਨਹੀਂ ਤਾਂ ਉਸ ਦਾ ਪਤੀ ਉਸ ਨੂੰ ਤਲਾਕ ਦੇ ਦੇਵੇਗਾ। ਹਾਂ ਤਾਂ ਕੋਈ ਗੱਲ ਨਹੀਂ, ਅਸੀਂ ਪ੍ਰਿਆ ਦਾ ਦੂਜਾ ਵਿਆਹ ਕਰਵਾ ਦੇਵਾਂਗੇ, ਪਰ ਮੈਂ ਉਸ ਦਾ ਇਲਾਜ ਨਹੀਂ ਕਰ ਸਕਦੀ। ਮੈਂ ਹੈਰਾਨੀ ਨਾਲ ਉਸ ਦੀ ਤਰਫ ਦੇਖਦਾ ਜਾ ਰਿਹਾ ਸੀ। ਕਿਉਂ ਤੂੰ ਉਸ ਦਾ ਇਲਾਜ ਕਿਉਂ ਨਹੀਂ ਕਰ ਸਕਦੀ? ਇਹ ਮੇਰੀ ਕਸਮ ਹੈ, ਮੈਂ ਆਪਣੀ ਘਰ ਦੀ ਔਰਤਾਂ ਦਾ ਇਲਾਜ ਨਹੀਂ ਕਰ ਸਕਦੀ। ਅਤੇ ਉਹ ਉੱਪਰ ਕਲੀਨਿਕ ਵਿੱਚ ਚਲੀ ਗਈ। ਕੁਝ ਦਿਨਾਂ ਬਾਅਦ ਪ੍ਰਿਆ ਦਾ ਤਲਾਕ ਹੋਇਆ ਅਤੇ ਉਹ ਸਾਡੇ ਕੋਲ ਆ ਗਈ। ਮੈਨੂੰ ਸੰਗੀਤਾ ਪਰ ਬਹੁਤ ਗੁੱਸਾ ਆ ਰਿਹਾ ਸੀ ਅਤੇ ਮੈਨੂੰ ਇਹ ਵੀ ਪਤਾ ਕਰਨਾ ਸੀ ਕਿ ਉਸ ਨੇ ਪ੍ਰਿਆ ਦਾ ਇਲਾਜ ਕਿਉਂ ਨਹੀਂ ਕੀਤਾ। ਹੁਣ ਤਾਂ ਪ੍ਰਿਆ ਸੰਗੀਤਾ ਨੂੰ ਨਫ਼ਰਤ ਕਰਨ ਲੱਗੀ। ਭਾਈ ਕਿਉਂ ਭਾਬੀ ਨੇ ਮੇਰਾ ਇਲਾਜ ਨਹੀਂ ਕੀਤਾ ਅਤੇ ਉਹ ਉਸ ਪਰ ਨਜ਼ਰ ਵੀ ਰੱਖਦੀ? ਮੈਂ ਕਿਹਾ, ਇਹ ਮੇਰੀ ਵੀ ਸਮਝ ਨਹੀਂ ਆ ਰਿਹਾ ਹੈ, ਪਰ ਮੈਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ। ਨਹੀਂ ਭਾਈ, ਕੋਈ ਤਾਂ ਗੱਲ ਹੈ। ਉਹਨਾਂ ਨੇ ਮੇਰਾ ਇਲਾਜ ਨਹੀਂ ਕੀਤਾ, ਮਤਲਬ ਦਾਲ ਵਿੱਚ ਕੁਝ ਕਾਲਾ ਹੈ। ਉਹ ਲੋਕਾਂ ਦਾ ਇਲਾਜ ਨਹੀਂ ਕਰ ਰਹੀ, ਬਲਕਿ ਤੁਹਾਨੂੰ ਧੋਖਾ ਦੇ ਰਹੀ ਹੈ। ਪਰ ਤੁਹਾਡੀ ਅੱਖਾਂ 'ਤੇ ਤਾਂ ਪੱਟੀ ਬੰਨ੍ਹੀ ਹੋਈ ਹੈ। ਕੱਲ੍ਹ ਤੁਸੀਂ ਉਸ ਬੁਰਕਾ ਪਹਿਨੀ ਹੋਈ ਔਰਤ ਨੂੰ ਦੇਖਿਆ? ਉਹ ਔਰਤ ਨਹੀਂ, ਆਦਮੀ ਹੈ। ਜਦ ਵੀ ਕੋਈ ਔਰਤ ਇਲਾਜ ਕਰਵਾਉਣ ਆਉਂਦੀ ਹੈ ਤਾਂ ਤੁਸੀਂ ਕਾਊਂਟਰ ਪਰ ਉਸਦਾ ਬਲੱਡ ਸੈਂਪਲ ਲੈਂਦੇ ਹੋ। ਉਦੋਂ ਹੀ ਉਹ ਦੋ ਔਰਤਾਂ ਆਉਂਦੀਆਂ ਹਨ। ਉਹ ਦੋਨੋਂ ਆਦਮੀ ਯਾਨੀ ਪੁਰਸ਼ ਹਨ। ਜ਼ਰੂਰ ਤੁਹਾਡੀ ਪਤਨੀ ਕੋਈ ਬੜਾ ਖੇਲ ਖੇਡ ਰਹੀ ਹੈ। ਪ੍ਰਿਆ ਨੇ ਜੋ ਕੁਝ ਦੱਸਿਆ ਉਸ ਨੂੰ ਸੁਣਨ ਤੋਂ ਬਾਅਦ ਮੇਰੇ ਮਨ ਵਿੱਚ ਵੀ ਸ਼ੱਕ ਆਇਆ ਸੀ। ਮੈਂ ਉਸ ਨੂੰ ਕਿਹਾ ਕਿ ਕੱਲ੍ਹ ਅਸੀਂ ਦੋਨੋਂ ਬੁਰਕਾ ਪਹਿਨ ਕੇ ਕਲੀਨਿਕ ਵਿੱਚ ਜਾਵਾਂਗੇ। ਦੂਸਰੇ ਦਿਨ ਇੱਕ ਔਰਤ ਬੁਰਕਾ ਪਹਿਨੇ ਹੋਏ ਆਈ। ਮੈਂ ਉਸ ਨੂੰ ਉੱਪਰ ਜਾਣ ਲਈ ਕਿਹਾ ਅਤੇ ਉਸਦੇ ਪਤੀ ਨੂੰ ਨੀਚੇ ਹੀ ਬੈਠਣ ਦੇ ਲਈ ਕਿਹਾ। ਉਨੇ ਵਿੱਚ ਹੀ ਮੈਂ ਪ੍ਰਿਆ ਨੂੰ ਫੋਨ ਕਰ ਬੁਲਾ ਲਿੱਤਾ ਅਤੇ ਅਸੀਂ ਦੋਨੇ ਬੁਰਕਾ ਪਾ ਕੇ ਉੱਪਰ ਪਹੁੰਚ ਗਏ। ਸੰਗੀਤਾ ਦਾ ਕਲੀਨਿਕ ਬਹੁਤ ਬੜਾ ਅਤੇ ਬਹੁਤ ਸੁੰਦਰ ਸੀ। ਇਲਾਜ ਦੇ ਲਈ ਆਈ ਹੋਈ ਔਰਤਾਂ ਸ਼ਾਂਤ ਬੈਠੀ ਹੋਈ ਸੀ। ਅਸੀਂ ਦੋਨੋਂ ਅੰਦਰ ਗਏ ਤਾਂ ਸੰਗੀਤਾ ਨੂੰ ਲੱਗਿਆ ਕਿ ਅਸੀਂ ਦੋਨੋਂ ਉਹੀ ਦੋਨੋਂ ਔਰਤਾਂ ਹਾਂ ਜੋ ਇਲਾਜ ਕਰਨ ਦੇ ਲਈ ਆਈ ਹਾਂ। ਸੰਗੀਤਾ ਬੋਲੀ, ਚੰਗਾ ਹੋਇਆ ਤੁਸੀਂ ਦੋਵੇਂ ਜਲਦੀ ਆ ਗਈਆਂ। ਇਹ ਫਾਈਲ ਲਓ ਅਤੇ ਇਸ ਦਾ ਨਾਮ ਲਿਖੋ। ਇਸ ਦਾ ਬਲੱਡ ਗਰੁੱਪ B ਪੋਜ਼ੀਟਿਵ ਹੈ ਅਤੇ ਇਸ ਨੂੰ ਵੀ B ਪੋਜ਼ੀਟਿਵ ਵਾਲਾ ਹੀ ਬੱਚਾ ਦਿਓ। ਇਹ ਸੁਣ ਕੇ ਅਸੀਂ ਦੋਵਾਂ ਨੇ ਆਪਣੇ ਚਿਹਰੇ ਤੋਂ ਬੁਰਕਾ ਇਕੱਠੇ ਉਤਾਰਿਆ। ਸਾਨੂੰ ਦੇਖ ਕੇ ਸੰਗੀਤਾ ਥੋੜ੍ਹੀ ਡਰ ਜਿਹੀ ਗਈ। ਮੈਂ ਕਿਹਾ, ਹੁਣ ਤਾਂ ਤੈਨੂੰ ਦੱਸਣਾ ਹੀ ਪਵੇਗਾ ਕਿ ਆਖਿਰ ਤੂੰ ਕਿਵੇਂ ਇਲਾਜ ਕਰਦੀ ਹੈ। ਜਦ ਸੰਗੀਤਾ ਕਹਿੰਦੀ ਹੈ, ਤੁਸੀਂ ਤਾਂ ਬੇਰੁਜ਼ਗਾਰ ਸੀ, ਗਰੀਬੀ ਨੇ ਸਾਡਾ ਕਿਆ ਹਾਲ ਕੀਤਾ ਸੀ, ਤੁਹਾਨੂੰ ਤਾਂ ਪਤਾ ਹੀ ਹੈ। ਜਦੋਂ ਮੇਰੀ ਇੱਕ ਸਹੇਲੀ ਨੇ ਮੈਨੂੰ ਇਹੋ ਜਿਹੀ ਔਰਤਾਂ ਦਾ ਇਲਾਜ ਕਰਨ ਲਈ ਕਿਹਾ। ਮੇਰੀ ਸਹੇਲੀ ਇੱਕ NGO ਚਲਾਉਂਦੀ ਸੀ ਜਿੱਥੇ ਉਹਨਾਂ ਅਨਾਥ ਬੱਚਿਆਂ ਨੂੰ ਸੰਭਾਲਿਆ ਜਾਂਦਾ ਸੀ ਜਿਨ੍ਹਾਂ ਨੂੰ ਉਹਨਾਂ ਦੇ ਮਾਂ-ਬਾਪ ਕੂੜੇ ਦੇ ਢੇਰ ਵਿੱਚ ਸੁੱਟ ਕੇ ਚਲੇ ਜਾਂਦੇ ਸੀ, ਜਾਂ ਫਿਰ ਬਿਨ ਵਿਆਹੀਆਂ ਕੁੜੀਆਂ ਵੀ ਉਸਦੇ NGO ਵਿੱਚ ਆਪਣੇ ਬੱਚੇ ਨੂੰ ਦੇ ਜਾਇਆ ਕਰਦੀ ਸੀ। ਉਹ ਉਹਨਾਂ ਬੱਚਿਆਂ ਦੀ ਦੇਖਭਾਲ ਕਰਦੀ ਸੀ। ਉਸੀ ਨੇ ਮੈਨੂੰ ਦੱਸਿਆ ਕਿ ਆਪਣੇ ਸਮਾਜ ਵਿੱਚ ਜਦ ਕਿਸੇ ਔਰਤ ਦੇ ਬੱਚਾ ਨਹੀਂ ਹੁੰਦਾ ਜਾਂ ਤਾਂ ਉਸ ਨੂੰ ਦੂਜਾ ਵਿਆਹ ਕਰਨ ਨੂੰ ਜ਼ੋਰ ਦਿੱਤਾ ਜਾਂਦਾ ਹੈ ਜਾਂ ਫਿਰ ਬੱਚਾ ਗੋਦ ਲੈਣ ਪਰ। ਇਸ ਤਰ੍ਹਾਂ ਕਿੰਨੇ ਲੋਕਾਂ ਦਾ ਘਰ ਬਰਬਾਦ ਹੋ ਜਾਂਦਾ ਹੈ। ਮੇਰੀ ਸਹੇਲੀ ਨੇ ਆਪਣੇ 2 ਨੌਕਰ ਦਿੱਤੇ ਸੀ। ਜਦ ਕੋਈ ਔਰਤ ਇਲਾਜ ਕਰਵਾਉਣ ਆਉਂਦੀ ਤਾਂ ਮੈਂ ਉਸਨੂੰ ਸਾਫ਼-ਸਾਫ਼
ਕਹਿ ਦੱਸ ਦਿੰਦੀ ਕਿ ਇੱਥੇ ਕੋਈ ਇਲਾਜ ਨਹੀਂ ਕੀਤਾ ਜਾਂਦਾ। ਮੈਂ ਕੋਈ ਇਲਾਜ ਨਹੀਂ ਕਰਦੀ, ਪਰ ਤੁਹਾਨੂੰ ਬੱਚਾ ਜ਼ਰੂਰ ਮਿਲੇਗਾ। ਮੈਂ ਉਸ ਔਰਤ ਦਾ ਅਤੇ ਉਸ ਦੇ ਪਤੀ ਦਾ ਬਲੱਡ ਗਰੁੱਪ ਲੈ ਲੈਂਦੀ ਅਤੇ 9 ਮਹੀਨੇ ਬਾਅਦ ਉਸੀ ਬਲੱਡ ਗਰੁੱਪ ਦਾ ਬੱਚਾ ਉਹਨਾਂ ਨੂੰ ਦੇ ਦਿੰਦੀ। ਮੈਂ ਪ੍ਰਿਆ ਦਾ ਇਲਾਜ ਇਸ ਲਈ ਨਹੀਂ ਕਰ ਰਿਹਾ ਸੀ ਕਿਉਂਕਿ ਕਿਤੇ ਉਹਨੂੰ ਇਹ ਸਭ ਪਤਾ ਨਾ ਲੱਗ ਜਾਵੇ। ਭਾਬੀ, ਜੇਕਰ ਤੁਸੀਂ ਮੇਰਾ ਇਲਾਜ ਕੀਤਾ ਹੁੰਦਾ ਤਾਂ ਅੱਜ ਮੈਂ ਇੱਥੇ ਨਾ ਹੁੰਦੀ। ਖੈਰ, ਹੁਣ ਮੈਂ ਇਸ ਕੰਮ ਵਿੱਚ ਤੁਹਾਡਾ ਸਾਥ ਦੇਵਾਂਗੀ ਕਿਉਂਕਿ ਇਹ ਕੰਮ ਸਮਾਜ ਦੇ ਲਈ ਹੀ ਚੰਗਾ ਹੈ। ਇਸ ਤਰ੍ਹਾਂ ਜੋ ਬੱਚੇ ਅਨਾਥ ਹਨ ਉਹਨਾਂ ਨੂੰ ਮਾਤਾ ਪਿਤਾ ਮਿਲ ਜਾਂਦੇ ਹਨ ਅਤੇ ਜਿਨ੍ਹਾਂ ਦੇ ਬੱਚੇ ਨਹੀਂ ਹਨ ਉਹਨਾਂ ਦੀ ਵੀ ਗੋਦ ਭਰ ਜਾਂਦੀ ਹੈ ਅਤੇ ਇਸ ਤਰ੍ਹਾਂ ਕਈ ਔਰਤਾਂ ਦਾ ਘਰ ਤਬਾਹ ਹੋਣ ਤੋਂ ਬਚ ਜਾਂਦਾ ਹੈ। ਪ੍ਰਿਆ ਅਤੇ ਸੰਗੀਤਾ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਅਤੇ ਮੈਨੂੰ ਵੀ ਆਪਣੀ ਪਤਨੀ 'ਤੇ ਮਾਣ ਮਹਿਸੂਸ ਹੋਣ ਲੱਗਾ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ।